ਜਿਹਾ ਰਸ ਹੈ, ਉਹਨਾਂ ਨੂੰ ਅੰਨੇ ਕਹਿ ਦਿੱਤਾ, ਮੂਰਖ ਕਹਿ ਦਿੱਤਾ। ਜਿਹੜਾ ਆਪਣਾ ਆਪ ਜਣਾਉਂਦੇ ਨੇ ਅੰਨੇ ਨੇ, ਮੂਰਖ ਨੇ। ਉਹਨਾਂ ਦੇ ਕੰਮਕਾਰ ਸਾਰੇ ਅਗਿਆਨਤਾਈ ਦੇ ਹਨੇਰੇ ਵਿੱਚ ਹੁੰਦੇ ਨੇ। ਨਾਨਕ ਹੁਕਮ ਕੋ ਗੁਰਮੁਖ ਬੁਝੈ, ਜਿਸਨੂੰ ਕਿਰਪਾ ਕਰੇ ਰਜਾਈ। ਜਿਹਦੇ ਤੇ ਉਹ ਰਹਿਮਤ ਕਰਦਾ, ਕਿਰਪਾ ਕਰਦਾ, ਉਹ ਹੁਕਮ ਨੂੰ ਬੁੱਝਦਾ ਹੈ। ਹੁਣ ਜਿਹੜਾ ਹੁਕਮ ਬੁੱਝਦਾ ਹੈ ਉਹੀ ਉਹਦੀ ਰਜਾ 'ਚ ਚੱਲੇਗਾ। ਜਿਹੜਾ ਹੁਕਮ ਨੂੰ ਹੀ ਨਹੀਂ ਸਿਆਣ ਸਕਿਆ, ਨਹੀਂ ਬੁੱਝ ਸਕਿਆ, ਉਹ ਕਿਵੇਂ ਰਜਾ ਵਿੱਚ ਚੱਲੇਗਾ? ਉਹੀ ਰਜਾ ਵਿੱਚ ਚੱਲਦਾ ਜਿਸ ਨੇ ਹੁਕਮ ਨੂੰ ਜਾਣ ਲਿਆ। ਤੇ ਹੁਕਮ ਨੂੰ ਕਿਵੇਂ ਜਾਣਿਆ ਜਾਂਦਾ? ਕਹਿੰਦੇ ਗੁਰੂ ਦੇ ਦੁਆਰਾ, ਸ਼ਬਦ ਦੇ ਦੁਆਰਾ। ਸ਼ਬਦ ਦੀ ਵਿਚਾਰ ਦੇ ਨਾਲ ਸਾਨੂੰ ਹੁਕਮ ਦੀ ਸੋਝੀ ਪੈਂਦੀ ਹੈ। ਸ਼ਬਦ ਦੀ ਵਿਚਾਰ ਤੋਂ ਸਾਨੂੰ ਹੁਕਮ ਦਾ ਪਤਾ ਲੱਗਦਾ ਹੈ। ਮਹੱਲਾ ਤੀਜਾ। ਸੋ ਜੋਗੀ ਜੁਗਤ ਸੋ ਪਾਏ, ਜਿਸਨੂੰ ਗੁਰਮੁਖ ਨਾਮ ਪ੍ਰਾਪਤ ਹੋਏ। ਸੋ ਉਹ ਜੋਗੀ ਜੁਗਤ ਨੂੰ ਪ੍ਰਾਪਤ ਕਰ ਲੈਂਦਾ। ਹੁਣ ਜੋਗੀਆਂ ਕੋਲੋਂ, ਜੋਗੀ ਜਿੰਨੇ ਜੋਗੀ ਨੇ ਸਾਰਿਆਂ ਕੋਲ ਜੁੜਨ ਦੀ ਜੁਗਤ ਥੋੜੀ ਹੈ। ਜਿਹਦੇ ਕੋਲ ਜੁੜਨ ਦੀ ਜੁਗਤ ਹੋਵੇਗੀ ਸੋ ਉਹੀ ਜੁੜੇਗਾ। ਸੋ ਜੋਗੀ ਉਹੀ ਜੋਗੀ ਜਿਹਨੂੰ ਜੁਗਤੀ ਪ੍ਰਾਪਤ ਹੋ ਜਾਵੇ। ਜੁਗਤੀ ਕਿਹਨੂੰ ਪ੍ਰਾਪਤ ਹੁੰਦੀ ਹੈ? ਕਹਿੰਦੇ ਜਿਸ ਨੂੰ ਗੁਰਮੁਖ ਨਾਮ ਪ੍ਰਾਪਤ ਹੋਏ, ਜਿਸ ਨੂੰ ਗੁਰੂ ਦੁਆਰਾ ਨਾਮ ਪ੍ਰਾਪਤ ਹੁੰਦਾ। ਨਾਮ ਪ੍ਰਾਪਤ ਹੋਣ ਤੋਂ ਭਾਵ ਹੁੰਦਾ ਹੈ ਕਿ ਉਹ ਨਾਮ ਜਪਣ ਲੱਗ ਪੈਂਦਾ ਹੈ, ਉਹ ਬਾਣੀ ਦੀ ਉਹਨੂੰ ਸਮਝ ਆਉਣ ਲੱਗ ਪੈਂਦੀ ਹੈ। ਸੋ ਬਾਣੀ 'ਚ ਉਹਨੂੰ ਰਸ ਆਉਣ ਲੱਗ ਪੈਂਦਾ ਹੈ। ਤੇ ਆਉਂਦਾ ਗੁਰੂ ਦੁਆਰਾ ਹੀ, ਸ਼ਬਦ ਦੁਆਰਾ, ਸ਼ਬਦ ਦੀ ਵਿਚਾਰ ਦੁਆਰਾ, ਉਂਝ ਨਹੀਂ। ਤਿਸ ਜੋਗੀ ਕੀ ਨਗਰੀ ਸਭ ਕੋ ਵਸੈ। ਉਹ ਜੋਗੀ ਦੀ ਨਗਰੀ, ਜੋਗੀ ਦੀ ਨਗਰੀ ਕਿਹੜੀ ਹੈ? ਉਹਦਾ ਸਰੀਰ, ਉਹਦਾ ਇਹ ਪਿੰਡ, ਉਹਦਾ ਸਰੀਰ ਇਹ ਜੋਗੀ ਦੀ ਨਗਰੀ ਹੈ। ਕਹਿੰਦੇ ਉਸ ਜੋਗੀ ਦੀ ਨਗਰੀ ਦੇ ਵਿੱਚ ਸਭ ਕੁਝ ਵਸਦਾ, ਭਾਵ ਸਾਰੇ ਸ਼ੁਭ ਗੁਣਾਂ ਦਾ ਵਾਸਾ ਹੋ ਜਾਂਦਾ ਹੈ। ਭਾਵ ਉਸ ਜੋਗੀ ਨੂੰ ਆਪਣੇ ਸਰੀਰ ਦੇ ਅੰਦਰ ਝਾਤੀ ਮਾਰ ਕੇ ਹੀ ਸਾਰਿਆਂ ਦੀ ਸੋਝੀ ਪ੍ਰਾਪਤ ਹੋ ਜਾਂਦੀ ਹੈ। ਤਿਸ ਜੋਗੀ ਕੀ ਨਗਰੀ ਸਭ ਕੋ ਵਸੈ। ਵਸਣ ਤੋਂ ਭਾਵ ਹੁੰਦਾ ਖੁਸ਼ੀ, ਖੇੜਾ। ਸੋ ਵਸਣ ਤੋਂ ਭਾਵ ਖੁਸ਼ੀ, ਖੇੜਾ ਆ। ਉਸ ਜੋਗੀ ਦੇ ਅੰਦਰ ਹਮੇਸ਼ਾ ਖੁਸ਼ੀ ਖੇੜਾ ਨਾ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਦੇ ਵਿੱਚ ਬਚਨ ਕੀਤੇ, ਨਾਨਕ ਭਗਤਾਂ ਸਦਾ ਵਿਕਾਸ। ਭਗਤ ਹੀ ਉਹ ਹੈ ਜਿਹੜਾ ਹਰ ਵਕਤ ਅੰਦਰੋਂ ਖੁਸ਼ ਰਹਿੰਦਾ। ਜੇ ਅੰਦਰ ਫਿਕਰ ਹੈ, ਚਿੰਤਾ ਹੈ, ਤੇ ਫਿਰ ਉਹ ਭਗਤ ਕਾਹਦਾ? ਖੁਸ਼ ਕੌਣ ਰਹਿ ਸਕਦਾ? ਜਿਹੜਾ ਇਹ ਸਮਝਦਾ ਮੈਂ ਨਹੀਂ ਕੁਛ ਕਰਦਾ, ਉਹ ਆਪ ਹੀ ਕਰਦਾ ਹੈ, ਆਪ ਹੀ ਕਰਾਉਂਦਾ ਹੈ। ਹੁਕਮ 'ਚ ਰਹਿਣੇ ਵਾਲਾ ਫਿਰ ਸੋ ਖੁਸ਼ ਰਹਿ ਸਕਦਾ ਹੈ। ਜਿਹੜਾ ਸਮਝਦਾ ਮੈਂ ਕਰਦਾ ਤੇ ਮੈਂ ਕਰਵਾਉਣਾ, ਕੰਮ ਗਲਤ ਤਾਂ ਹੋ ਜਾਂਦੇ ਨੇ, ਬੜੇ ਕੰਮ ਗਲਤ ਹੁੰਦੇ ਨੇ ਜਿਹਨਾਂ 'ਚ ਘਾਟਾ ਪੈ ਜਾਂਦਾ, ਨੁਕਸਾਨ ਹੋ ਜਾਂਦਾ, ਫਿਰ ਫਿਕਰ 'ਚ ਹੁੰਦਾ। ਜੇ ਕਿ ਰੱਬਾ ਤੂੰ ਕਰਦਾ ਫਿਰ ਘਾਟਾ ਪਵੇ, ਜੋ ਮਰਜ਼ੀ ਹੋਵੇ, ਫਿਰ ਫਿਕਰ ਨਹੀਂ ਹੁੰਦਾ। ਫਿਕਰ ਮਾਲਕ ਨੂੰ ਹੁੰਦਾ, ਕਦੀ ਨੌਕਰ ਨੂੰ ਫਿਕਰ ਨਹੀਂ ਹੋਇਆ। ਮਾਲਕ ਨੂੰ ਫਿਕਰ ਹੈ, ਨਫੇ ਨੁਕਸਾਨ ਦਾ ਉਹਨੂੰ ਸਾਰਾ ਫਿਕਰ ਹੁੰਦਾ ਹੈ। ਸੋ ਹਉਮੈ ਜਿਹੜੀ ਹੈ, ਜਦੋਂ ਮੈਂ ਦੇ ਵਿੱਚ ਆਉਂਦਾ ਉਦੋਂ ਗੜਬੜ ਹੁੰਦੀ ਹੈ। ਫਿਰ ਚਿੰਤਾ ਵਿੱਚ ਪੈਂਦਾ, ਫਿਕਰਾਂ 'ਚ ਪੈਂਦਾ, ਫਿਰ ਖੁਸ਼ੀ ਕਿੱਥੇ ਗਈ? ਫਿਰ ਜੋਗੀ ਤਾਂ ਗਈ ਨਹੀਂ ਸਕਦਾ। ਇਹਦਾ ਮਤਲਬ ਜੁੜਿਆ ਹੋਇਆ ਨਹੀਂ। ਕਹਿੰਦੇ ਜੁੜਿਆ ਹੋਇਆ ਉਹ ਹੈ ਜਿਸ ਦੇ ਅੰਦਰ ਖੁਸ਼ੀ ਹੈ, ਖੇੜਾ ਹੈ, ਵਸੀਵਾ ਹੈ, ਸਭ ਕੋ ਵਸੈ। ਉਹਦੇ ਪੰਜੇ ਗਿਆਨ ਅੰਦਰੇ ਖੁਸ਼ ਹੁੰਦੇ ਨੇ, ਉਹਦਾ ਮਨ ਖੁਸ਼ ਹੁੰਦਾ ਹੈ। ਸੁਰਤ ਮਤ ਮਨ ਬੁੱਧ ਖੁਸ਼ੀਆਂ ਖੁਸ਼ੀਆਂ ਹੁੰਦੀਆਂ। ਕਹਿੰਦੇ ਵਿੱਚ ਭੇਖੀ ਜੋਗ ਨਾ ਹੋਏ। ਜਿਨ੍ਹਾਂ ਨੇ ਕੇਵਲ ਤੇ ਕੇਵਲ ਲਿਬਾਸ ਪਾ ਲਿਆ ਜੋਗੀਆਂ ਵਾਲਾ, ਭੇਖ ਦੇ ਨਾਲ ਕਦੀ ਰੱਬ ਦੇ ਨਾਲ ਜੁੜਿਆ ਨਹੀਂ ਜਾ ਸਕਦਾ। ਭੇਖ ਦੇ ਵਿੱਚ ਉਹ ਕੁਝ ਭਿੱਜਦਾ ਨਹੀਂ, ਭਿੱਜਦਾ ਨਾ। ਜਿੱਤੇ ਭਿੱਜਿਆ, ਜਿਹੜੇ ਅੰਦਰੋਂ ਭਿੱਜੇ ਨੇ ਉਹਨਾਂ ਦੇ ਨਾਲ ਰੱਬ ਭਿੱਜਦਾ ਹੈ।
ਜਿਨ੍ਹਾਂ ਨੇ ਕੇਵਲ ਭੇਖ ਧਾਰਨ ਕੀਤਾ ਹੋਇਆ ਹੈ, ਤੇ ਰੱਬ ਕਦੀ ਉਹਨਾਂ ਦੇ ਭੇਖ ਤੇ ਭਤੀਜਦਾ ਨਹੀਂ ਹੈ। ਕਿਤੇ ਕਦੀ ਭੇਖ ਧਾਰਨ ਕਰਨ ਦੇ ਨਾਲ ਜੁੜਿਆ ਹੀ ਨਹੀਂ ਜਾ ਸਕਦਾ ਹੈ। ਜਿਹੜਾ ਮਰਜੀ ਆਸਣ ਲਾ ਲਓ, ਆਸਣ ਇੱਕ ਭੇਖ ਹੈ। ਸਰੀਰ ਖੁਦ ਇੱਕ ਆਸਣ, ਜਿਹੜਾ ਸਰੀਰ ਆ ਆਸਣ। ਸੋ ਆਸਣ ਤੋਂ ਭਾਵ ਹੁੰਦਾ ਜੇ ਆਸਣ ਹੀ ਲਾਉਣਾ ਨਾ, ਜਿਹੜੇ ਪੰਜ ਤੱਤ ਇਹਨਾਂ ਨੂੰ ਦੱਬਣਾ ਪੈਂਦਾ ਹੈ। ਆਸਣ ਤੋਂ ਭਾਵ ਹੁੰਦਾ ਪੰਜਾਂ ਤੱਤਾਂ ਨੂੰ ਦੱਬ ਲਓ। ਸੋ ਭਾਵ ਆਪਣੇ ਸਰੀਰ ਦੀਆਂ ਲੋੜਾਂ ਨੂੰ ਨੱਪ ਲਈਦਾ, ਅਸਲ ਆਸਣ ਹੁੰਦਾ ਹੈ। ਕੋਈ ਜ਼ਰੂਰਤ ਹੀ ਨਹੀਂ ਪੈਦਾ ਹੋਣ ਦੇਣੀ, ਲੋੜ ਹੀ ਨਹੀਂ ਪੈਦਾ ਹੋਣ ਦੇਣੀ, ਆਸਣ ਹੈ। ਲੋੜਾਂ ਨੱਪ ਲਈਆਂ, ਉਹ ਆਸਣ ਹੈ। ਬਾਕੀ ਜਿਹੜੇ ਹੋਰ ਜੋਗੀਆਂ ਵਾਲੇ ਆਸਣ ਨੇ, ਸੋ ਆਹ ਸਰੀਰ ਦੀ ਕਸਰਤ ਤਾਂ ਹੋ ਸਕਦੀ ਵੀ ਹਾਂ ਵੀ ਆਸਣ ਦੇ ਨਾਲ, ਕਿ ਜਿੱਦਾਂ ਜੁੜਿਆ ਜਾਂਦਾ, ਇਹ ਨਹੀਂ ਜੁੜਿਆ ਜਾਂਦਾ, ਇੰਝ ਕੋਈ ਨਹੀਂ ਜੁੜਿਆ ਜਾ ਸਕਦਾ। ਇਹ ਭੇਖ ਹੈ, ਭੇਖੀ ਜੋਗ ਨਾ ਹੋਏ। ਅੱਡ ਅੱਡ ਤਰ੍ਹਾਂ ਦੇ ਭੇਖ ਦਿਖਾਲਣ ਦੇ ਨਾਲ ਇਹਦੇ ਨਹੀਂ ਜੁੜਿਆ ਜਾ ਸਕਦਾ। ਨਾਨਕ ਐਸਾ ਵਿਰਲਾ ਕੋ ਜੋਗੀ, ਜਿਸ ਘਟ ਪ੍ਰਗਟ ਹੋਏ। ਕੋਈ ਐਸਾ ਜੋਗੀ ਹੈ ਜਿਸ ਦੇ ਅੰਦਰ ਰੱਬ ਪ੍ਰਗਟ ਹੋ ਜਾਂਦਾ ਹੈ, ਪ੍ਰਮਾਤਮਾ ਪ੍ਰਗਟ ਹੋ ਜਾਂਦਾ ਹੈ, ਪ੍ਰਕਾਸ਼ ਹੋ ਜਾਂਦਾ ਹੈ। ਨਾਨਕ ਐਸਾ ਵਿਰਲਾ ਕੋ ਜੋ, ਜਿਸ ਘਟ, ਜਿਸ ਦੇ ਹਿਰਦੇ ਵਿੱਚ ਪ੍ਰਗਟ ਹੋ ਗਿਆ, ਪ੍ਰਕਾਸ਼ ਹੋ ਗਿਆ, ਗਿਆਨ ਪ੍ਰਗਟ ਹੋ ਗਿਆ, ਵਿਵੇਕ ਬੁੱਧ ਪ੍ਰਗਟ ਹੋ ਗਿਆ। ਪੌੜੀ ਆਪੇ ਜੰਤ ਉਪਾਇਨ, ਆਪੇ ਆਧਾਰ। ਜੀ ਜੰਤ ਉਸ ਪਰਮਾਤਮਾ ਨੇ ਆਪ ਹੀ ਪੈਦਾ ਕੀਤੇ ਹੋਏ ਨੇ। ਸੋ 84 ਲੱਖ ਜੋਨ ਉਪਾਈ, ਰਿਜਕ ਦਿਆ ਸਭ ਹੂੰ ਕੋ ਤਦਕਾ। ਇਹ ਥੋੜੀ ਵੀ ਜੀ ਜੰਤ ਪੈਦਾ ਕਰਕੇ ਤੇ ਉਹਨੇ ਛੱਡ ਦਿੱਤੇ, ਆਧਾਰ ਵੀ ਤਾਂ ਬਣਿਆ, ਆਸਰਾ ਵੀ ਤਾਂ ਬਣਦਾ। ਸਾਡਾ ਜੋ ਆਸਰਾ ਉਹ ਪ੍ਰਾਣ ਹੈ। ਪ੍ਰਾਣ ਹੈ ਨਹੀਂ ਤੇ ਗਿਆ। ਪ੍ਰਾਣਾਂ ਦਾ ਆਸਰਾ ਕੀ ਹੈ? ਅੰਨ ਪਾਣੀ। ਅੰਨ ਤੇ ਪਾਣੀ ਸਾਡੇ ਪ੍ਰਾਣਾਂ ਦਾ ਸਹਾਰਾ ਹੈ। ਇਸ ਕਰਕੇ ਅੰਨ ਪਾਣੀ ਹਰੇਕ ਨੂੰ ਉਹ ਦੇ ਰਿਹਾ ਹੈ। ਫਿਰ ਜਿਨ੍ਹਾਂ ਦਾ ਆਸਰਾ ਅੰਨ ਨਹੀਂ ਹੈ, ਤੇ ਜੋ ਵੀ ਉਹਨਾਂ ਦਾ ਆਧਾਰ ਬਣਾ ਦਿੱਤਾ, ਕਿਸੇ ਦਾ ਆਸਰਾ ਪੱਤੇ ਹੈ, ਕਿਸੇ ਦਾ ਆਸਰਾ ਘਾਹ ਫੂਸ ਹੈ, ਕਿਸੇ ਦਾ ਆਸਰਾ ਮਿੱਟੀ ਹੈ, ਕਿਸੇ ਦਾ ਆਸਰਾ ਮਿੱਠਾ ਹੈ। ਸੋ ਸ਼ੱਕਰਖੋਰ ਕੀੜਾ ਦਾ ਆਸਰਾ ਹੀ ਮਿੱਠਾ ਆ, ਪੱਥਰ ਵਿੱਚ ਬੈਠਾ ਹੁੰਦਾ, ਉਹਨੂੰ ਪੱਥਰ ਅੰਦਰੋਂ ਮਿੱਠਾ ਮਿਲ ਜਾਂਦਾ, ਸ਼ੱਕਰ ਅੰਦਰੋਂ ਮਿਲ ਜਾਂਦੀ। ਕਿਸੇ ਦਾ ਆਸਰਾ ਮਾਸ ਹੈ। ਸੋ ਜਿਹਦਾ ਆਧਾਰ ਜਿਵੇਂ ਜਿਵੇਂ ਬਣ ਗਿਆ ਤੇ ਰੱਬ ਉਹਨੂੰ ਉਹਦਾ ਜਿਹੜਾ ਰਿਜ਼ਕ ਹੈ ਉਹ ਦਿੰਦਾ ਹੈ। ਇਹ ਨਹੀਂ ਕਿ ਉਹਨੇ ਪੈਦਾ ਕਰਕੇ ਛੱਡ ਦਿੱਤੇ ਨੇ। ਜਿੰਨਾ ਚਿਰ ਇਹਦੀ ਉਮਰ ਹੈ, ਇਹਦੀ ਆਯੂ ਹੈ, ਉਹ ਇਸ ਨੂੰ ਪਾਲਦਾ ਆ। ਆਪੇ ਸੂਖਮ ਭਾਲੀਐ, ਆਪੇ ਪਸਾਰ। ਗੱਲ ਤਾਂ ਖੋਜ ਦੀ ਹੈ। ਭਾਲਣ ਤੋਂ ਭਾਵ ਹੁੰਦਾ ਖੋਜ ਕਰਨੀ, ਲੱਭਣਾ। ਗੁਰਬਾਣੀ ਦੀ ਖੋਜ ਕਰਨ ਦੇ ਨਾਲ ਹੀ ਸਾਨੂੰ ਸਾਡੇ ਸਵਾਲਾਂ ਦੇ ਜਵਾਬ ਮਿਲਦੇ ਨੇ। ਗੁਰਬਾਣੀ ਦੀ ਖੋਜ ਦੇ ਨਾਲ ਹੀ ਤੇ ਸਾਨੂੰ ਪਰਲੋਕ ਦਾ ਪਤਾ ਲੱਗਦਾ। ਗੁਰਬਾਣੀ ਦੀ ਖੋਜ ਦੇ ਨਾਲ ਸਾਨੂੰ ਸਾਡਾ ਧਾਰਮਿਕ ਜੀਵਨ, ਸਮਾਜਿਕ ਜੀਵਨ, ਪਰਿਵਾਰਕ ਜੀਵਨ ਇਹ ਪਤਾ ਚੱਲਦਾ ਹੈ। ਤੇ ਜਦੋਂ ਗੁਰਬਾਣੀ ਦੁਆਰਾ ਆਪਾਂ ਦਿਲ ਦੀ ਖੋਜ ਕਰਦੇ ਹਾਂ, ਗੁਰਬਾਣੀ ਦੇ ਦੁਆਰਾ ਜਦੋਂ ਆਪਾਂ ਆਪਣੇ ਅੰਤਰ ਆਤਮੇ ਦੀ ਖੋਜ ਕਰਦੇ ਹਾਂ, ਪਰੇਸ਼ਾਨੀ ਨਹੀਂ ਕੋਈ ਰਹਿੰਦੀ। ਕਬੀਰ ਸਾਹਿਬ ਜੀ ਕਹਿੰਦੇ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੀ। ਇਹ ਜੁਦਨੀਆ ਸ਼ਹਰ ਮੇਲਾ ਦਸਤਗੀਰੀ ਨਾ ਹੈ। ਸੋ ਇਹ ਤਾਂ ਇੱਕ ਜਾਦੂ ਦੀ ਖੇਡ ਹੈ, ਮਾਇਆ ਜਾਦੂ। ਜੋ ਦੇਖਣ ਵਿੱਚ ਹੋਵੇ ਤੇ ਨਾ ਵੀ ਹੋਵੇ, ਉਹ ਮਾਇਆ ਹੁੰਦੀ ਹੈ। ਉਹਨੂੰ ਕੂੜ ਵੀ ਕਿਹਾ ਜਾਂਦਾ। ਕੂੜ ਜਿੱਦਾਂ ਕੂੜਾ ਕਰਕਟ ਹੈ। ਕੂੜਾ ਕਰਕਟ ਇਹ ਤਾਂ ਕਹਿ ਨਹੀਂ ਸਕਦੇ ਵੀ ਹੈ ਨਹੀਂ, ਹੈਗਾ ਤਾਂ ਹੈ, ਪਰ ਸਾਡੀ ਕਿਸੇ ਮਤਲਬ ਦਾ ਨਹੀਂ। ਇਸੇ ਕਰਕੇ ਝਾੜੂ ਮਾਰ ਕੇ ਬਾਹਰ ਸਿੱਟ ਦੇਈਦਾ। ਕੂੜਾ ਤਾਂ ਹੈਗਾ ਨਾ, ਇਹਨੂੰ ਤਦੇ ਕਹਿਤਾ ਕੂੜ ਹੀ ਕਿਹਾ। ਨਾਨਕ ਵਖਾਣੇ ਬੇਨਤੀ ਤਦਬਾਜ ਕੂੜੋ ਕੂੜ। ਜਦੋਂ ਕੂੜ ਦੀ ਗੱਲ ਕੀਤੀ, ਆਸਾ ਦੀ ਵਾਰ ਪੜੋ, ਰਾਜੇ ਤੋਂ ਸ਼ੁਰੂ ਹੋਏ, ਸਾਰਾ ਕੁਛ ਹੀ ਕੂੜ।
ਮਹਾਰਾਜ ਨੇ ਸਾਰੀ ਪੌੜੀ ਵਿੱਚ ਕੂੜ ਹੀ ਕੂੜ ਕਹਿ ਦਿੱਤਾ। ਅਖੀਰ 'ਚ ਕਹਿ ਦਿੱਤਾ ਤੇਰੇ ਤੋਂ ਬਿਨਾਂ ਸਭ ਕੁਝ ਕੂੜ ਹੀ ਕੂੜ ਹੈ। ਕੂੜੇ ਤੋਂ ਭਾਵ ਹੁੰਦਾ ਵੀ ਹੈ ਪਰ ਵੇਸਟ ਹੈ, ਸਾਡੇ ਕੰਮ ਦਾ ਨਹੀਂ ਹੈ। ਮਾਇਆ ਤਾਂ ਹੈ ਪਰ ਸਾਡੇ ਕੰਮ ਦੀ ਨਹੀਂ। ਮਾਇਆ ਵੀ ਸੰਸਾਰ ਸਾਰਾ ਹੈ ਨਹੀਂ ਸਾਡੇ ਕੰਮ ਦਾ। ਇਹਦਾ ਦਰਗਾਹ 'ਚ ਪਤਾ ਚੱਲਦਾ ਜਦੋਂ ਕੋਈ ਵੀ ਸਾਡੀ ਸਹਾਇਤਾ ਲਈ ਉੱਥੇ ਹਾਜ਼ਰ ਨਹੀਂ ਹੁੰਦਾ। ਤਦੇ ਮਹਾਰਾਜ ਕਹਿੰਦੇ ਅੰਤ ਨਿਬੇੜਾ ਤੇਰੇ ਜੀ ਪੈ ਨੀਚਾ। ਵੀ ਨਿਬੇੜਾ ਤਾਂ ਨਿਬੇੜਾ ਹੁੰਦਾ ਲੇਖਾ। ਲੇਖਾ ਵੀ ਦੱਸ ਲੇਖਾ ਕਾਹਦਾ ਹੋਣਾ? ਸਵਾਸਾਂ ਦਾ। ਪਿੰਨੇ ਸਵਾਸ ਦਿੱਤੇ ਸੀ, ਕਿਆ ਤੈਂ ਖੱਟਿਆ, ਉਹਨਾਂ ਦੇ ਨਾਲ ਕਮਾਈ ਕੀ ਕੀਤੀ, ਕਹਾਂ ਗਵਾਇਆ। ਫਿਰ ਜੇ ਕਮਾਈ ਨਹੀਂ ਹੋਈ ਤੇ ਕਿੱਥੇ ਖਰਚ ਦਿੱਤੇ। ਚਲੋ ਹੋਏ ਸਤਾਬ ਦੀਵਾਨ ਬੁਲਾ। ਆਹ ਲਿਖੇ ਹੁੰਦੇ ਨੇ ਦਰਗਾਹ ਦੇ ਵਿੱਚ ਸਾਰੇ। ਇਹੋ ਹੀ ਲੇਖਾ ਇਨਸਾਨ ਇੱਥੇ ਕਰੀ ਜਾਵੇ, ਦਰਗਾਹ 'ਚ ਲੇਖਾ ਹੀ ਕੋਈ ਨਹੀਂ ਹੁੰਦਾ। ਇੱਥੇ ਲਿਖ ਧਰਮ ਰਾਜੇ, ਧਰਮ ਨੂੰ ਸਾਹਮਣੇ ਰੱਖਿਆ। ਧਰਮ ਰਾਜਾ ਕੀ ਹੈ? ਧਰਮ। ਧਰਮ ਜਿਹੜਾ ਸੋ ਜਿਹੜਾ ਸਾਡਾ ਧਰਮ ਹੈ ਇਹਨੂੰ ਸਾਹਮਣੇ ਰੱਖ ਕੇ ਲੇਖਾ ਕਰੇ, ਇਨਸਾਫ ਕਰੇ ਆਪਣੇ ਆਪ ਦੇ ਨਾਲ ਵੀ ਕਿੱਥੇ ਚੰਗਾ ਕਿੱਥੇ ਮਾੜਾ, ਕਿੱਥੇ ਅਵਗੁਣ ਕਿੱਥੇ ਗੁਣ ਹੈ। ਆਪਣੇ ਆਪ ਦੇ ਨਾਲ ਇਨਸਾਫ ਕਰੇ, ਕੋਈ ਲੇਖਾ ਨਹੀਂ ਬਣਦਾ। ਸੋ ਜੇ ਸਾਰੀਆਂ ਗੱਲਾਂ ਅੰਦਰੇ ਦੱਬੀ ਜਾਣੀਆਂ, ਸਭ ਕੁਛ ਮਨ ਦੀਆਂ ਤਹਿਾਂ ਦੇ ਵਿੱਚ ਅੰਦਰ ਦੱਬੀ ਜਾਣੀ, ਫਿਰ ਉਹ ਤਾਂ ਪ੍ਰਗਟ ਹੀ ਹੋਣੀ। ਪ੍ਰਗਟ ਭੈ ਨਿਦਾਨ ਸਭ ਓੜਕ ਨੂੰ, ਸਭ ਕੁਛ ਅੰਦਰੋਂ ਪ੍ਰਗਟ ਹੋ ਜਾਂਦਾ। ਜਦ ਪੁੱਛੇ ਧਰਮ ਰਾਏ, ਜਦੋਂ ਕੱਲੀ ਕੱਲੀ ਗੱਲ ਪੁੱਛਦਾ ਹੈ ਸੋ ਇਹ ਥੋੜੀ ਵੀ ਝੂਠ ਬੋਲ ਜੂਗਾ। ਸੋ ਭਾਲਣਾ ਪੈਂਦਾ, ਭਾਲਣਾ। ਜਦੋਂ ਇਹਨੇ ਗੁਰਬਾਣੀ ਦੁਆਰਾ ਰੱਬ ਨੂੰ ਭਾਲਿਆ, ਹੁਣ ਆਪਾਂ ਇਸ ਪੰਥ ਵਿੱਚ ਆ ਕੇ ਲੱਭਦੇ ਕੀ ਹੈ? ਰੱਬ ਲੱਭਦੇ ਤਾਂ ਰੱਬ ਹੀ ਹੈ ਨਾ। ਹਰ ਕੋਈ ਰੱਬ ਲੱਭਦਾ। ਜਿਹੜਾ ਰੱਬ ਨੂੰ ਮੰਨਦਾ ਰੱਬ ਲੱਭਦਾ, ਜਿਹੜਾ ਮੰਨਦਾ ਹੀ ਨਹੀਂ ਉਹਨੇ ਕੀ ਲੱਭਣਾ। ਚਾਹੇ ਉਹ ਜੋਗੀ ਹੈ, ਬ੍ਰਹਮਚਾਰੀ ਹੈ, ਜਤੀ ਹੈ, ਸੰਨਿਆਸੀ ਹੈ, ਕੋਈ ਵੀ, ਜਿਹਨੇ ਰੱਬ ਨੂੰ ਮੰਨ ਲਿਆ ਰੱਬ ਦੀ ਭਾਲ ਵੀ ਕਰਦਾ। ਹੁਣ ਬਾਬੇ ਨਾਨਕ ਨੇ ਰੱਬ ਦੀ ਭਾਲ ਸਾਨੂੰ ਗੁਰਬਾਣੀ ਵਿੱਚ ਦੱਸੀ ਵੀ ਗੁਰਬਾਣੀ ਦੇ ਵਿੱਚੋਂ ਖੋਜ ਲਓ, ਰੱਬ ਦੀ ਭਾਲ ਆਵੇਗੀ। ਜਦੋਂ ਗੁਰਬਾਣੀ ਨੂੰ ਖੋਜਿਆ ਤੇ ਫਿਰ ਇੱਕ ਕਹਿੰਦਾ ਵੀ ਉਹ ਤਾਂ ਸੂਖਸ਼ਮ ਤੋਂ ਸੂਖਸ਼ਮ ਹੈ, ਬਰੀਕ ਬੜਾ, ਦਿਸਦਾ ਹੀ ਨਹੀਂ ਹੈ। ਇੱਕ ਕਹਿੰਦਾ ਨਾ ਜੀ ਨਾ, ਉਹ ਤਾਂ ਸਾਰਾ ਪਸਾਰਾ ਹੀ ਉਹਦਾ ਹੈ, ਭਾਲਣ ਤੇ ਪਤਾ ਲੱਗ। ਆਪੇ ਸੂਖਮ ਭਾਲੀਏ ਦਿਲ ਹੀ ਦੀਪਕ ਬਣ ਜਾਂਦਾ ਹੈ। ਆਪੇ ਪਸਾਰ, ਸੋ ਪਸਾਰਾ ਵੀ ਉਸੇ ਦਾ, ਪਰ ਭਾਲਣ ਤੋਂ ਪਤਾ ਲੱਗਾ, ਖੋਜ ਤੋਂ ਪਤਾ ਲੱਗਾ। ਸੂਖਸ਼ਮ ਹੈ, ਦਿਸਦਾ ਹੀ ਨਹੀਂ ਹੈ, ਉਹ ਵੀ ਤਾਂ ਖੋਜ ਤੋਂ ਹੀ ਪਤਾ ਲੱਗਾ। ਜੇ ਨਹੀਂ ਖੋਜ ਕਰਦੇ, ਜਿੱਦਾਂ ਕਿਸੇ ਨੇ ਕਹਿਤਾ ਉਹਦੇ ਮੰਨ ਲਿਆ। ਸੋ ਖੋਜ ਕਰਨੀ ਆ ਤਦੇ ਮੂਰਤੀ ਪੂਜਾ ਤਦੇ ਚੱਲ ਪਈ। ਮੂਰਤੀ ਪੂਜੇ ਖੋਜ ਕਰਦੇ, ਮੂਰਤੀ ਪੂਜਾ ਚੱਲਣੀ ਨਹੀਂ ਸੀ। ਖੋਜ ਕੀਤੀ ਨਹੀਂ ਤੇ ਮੂਰਤੀ ਪੂਜਾ ਚੱਲ ਪਈ। ਹੁਣ ਖੋਜ ਕਰੀਏ, ਸ਼ਬਦ ਦੁਆਰਾ ਪਤਾ ਲੱਗਦਾ ਸੂਖਸ਼ਮ ਤੋਂ ਸੂਖਸ਼ਮ ਹੈ। ਉਹ ਤਾਂ ਦਿਸਦਾ ਨਹੀਂ, ਉਹਦੀ ਮੂਰਤੀ ਕੀ ਬਣਾਵਾਂਗੇ। ਹੁਣ ਜਿਹਦਾ ਬਹੁਤ ਵੱਡਾ ਆਕਾਰ ਹੈ, ਸਾਰਾ ਪਸਾਰੋ ਦਾ, ਉਹਦੀ ਵੀ ਮੂਰਤੀ ਕਿਵੇਂ ਬਣਾਵਾਂਗੇ ਭਾਈ? ਨਾ ਤਾਂ ਵੱਡੇ ਤੋਂ ਵੱਡੇ ਦੀ ਮੂਰਤੀ ਬਣਦੀ ਹੈ, ਨਾ ਛੋਟੇ ਤੋਂ ਛੋਟੇ। ਜਿਹੜਾ ਦੀਦਾ ਹੀ ਨਹੀਂ, ਸੂਖਸ਼ਮ ਦੀਦਾ ਹੀ ਨਹੀਂ ਹੈ। ਇਹ ਭਾਲਣ ਤੋਂ ਪਤਾ ਲੱਗਾ ਸੂਖਸ਼ਮ ਵੀ ਹੈ ਤੇ ਪਸਾਰਾ ਵੀ ਉਸੇ ਦਾ ਹੈ। ਆਪ ਇਕਾਤੀ ਹੋਈ ਰਹਿ, ਆਪੇ ਵੱਡ ਪਰਵਾਰ। ਇਕਾਂਤ ਵਿੱਚ ਵੀ ਜਦੋਂ ਹੁਣ ਸੰਸਾਰ ਦੀ ਰਚਨਾ ਹੀ ਨਹੀਂ ਸੀ ਕੀਤੀ ਤੇ ਇਕੱਲਾ ਹੀ ਸੀ ਇਕਾਂਤ। ਹੁਣ ਸੰਸਾਰ ਦੀ ਰਚਨਾ ਕੀਤੀ ਤੇ ਪਸਾਰਾ ਵੀ ਉਸੇ ਦਾ ਹੀ ਹੈ ਜੀ। ਸੋ ਹੁਣ ਜਿਹੜੇ ਜੋਗੀ ਸਾਧੂ ਸੰਸਾਰ ਛੱਡ ਕੇ ਇਕੱਲੇ ਹੋ ਜਾਂਦੇ, ਇਹ ਥੋੜੀ ਅਸੀਂ ਉਹਨਾਂ ਦੀ ਨਿੰਦਿਆ ਤੇ ਲੱਕ ਬੰਨ ਲੈਣ। ਫਿਰ ਰੱਬ ਨੇ ਵੀ ਏਦਾਂ ਮਿਲਣਾ ਘਰ-ਬਾਰ ਛੱਡ ਕੇ, ਨਹੀਂ, ਉਹਦੇ ਵਿੱਚ ਵੀ ਉਹ ਬੈਠਾ ਹੋਇਆ। ਜਦੋਂ ਬਾਬੇ ਨਾਨਕ ਦਾ ਇਹ ਪੰਥ ਨਹੀਂ ਸੀ ਚੱਲਿਆ ਤੇ ਕਈਆਂ ਨੇ ਫਿਰ ਜੰਗਲਾਂ 'ਚ ਵੀ ਲੱਭਿਆ। ਜੇ ਆਪਾਂ ਕਹਿੰਦੇ ਵੀ ਰੱਬ ਅੰਦਰ ਆ ਬਾਹਰ ਨਹੀਂ, ਭਾਲਣ ਦੇ ਨਾਲ ਆ। ਚਾਹੇ ਬਾਹਰੋਂ ਭਾਲ ਲਓ ਜਾਂ ਅੰਦਰੋਂ ਭਾਲ ਲਓ, ਉਹ ਬਾਹਰ ਵੀ ਬੈਠਾ ਅੰਦਰ ਵੀ ਬੈਠਾ। ਸੋ ਅੰਦਰ ਵੀ ਹੈ ਬਾਹਰ ਵੀ ਹੈ। ਪਰ ਜੇ ਕਹਿੰਦੇ ਬਾਹਰ ਕਿੱਥੇ ਘੁੰਮਦੇ ਫਿਰਦੇ ਜੰਗਲਾਂ ਦੇ ਵਿੱਚ ਜਾਂ ਪਹਾੜਾਂ ਦੇ ਵਿੱਚ ਜਾਂ ਤੀਰਥਾਂ ਤੇ, ਬਾਹਰ ਥੋੜੀ ਹੈ ਰੱਬ ਤਾਂ ਅੰਦਰ ਹੈ। ਉਹਨੂੰ ਪੁੱਛੋ ਤੂੰ ਲੱਭ ਲਿਆ? ਰੱਬ ਤਾਂ ਲੱਭਣ ਦੇ ਨਾਲ ਲੱਭਦਾ, ਚਾਹੇ ਅੰਦਰੋਂ ਲੱਭ ਲਓ ਬਾਹਰੋਂ ਲੱਭ ਲਓ, ਉਹਨਾਂ ਨੂੰ ਲੱਭਣ ਨਾ ਲੱਭਣ। ਇਸ ਕਰਕੇ ਜਿਹੜੇ ਇਕਾਂਤ ਹੁੰਦੇ ਨੇ ਨਾ, ਵੀ ਨਹੀਂ ਜੀ ਮੈਨੂੰ ਸੰਸਾਰ ਨਹੀਂ ਚੰਗਾ ਲੱਗਦਾ, ਉਹ ਇਕਾਂਤ ਹੋ ਗਏ।
ਤੇ ਫਿਰ ਉਹ ਆਪਾਂ ਉਹਨਾਂ ਦੀ ਨਿੰਦਿਆ ਥੋੜੀ ਕਰਦੇ ਆ। ਉਹਨਾਂ ਵਿੱਚ ਬੈਠਾ ਇਕਾਂਤ ਪਸੰਦ ਹੋ ਗਿਆ, ਉਹ ਇਕਾਂਤ ਵੀ ਉਹਨੇ ਹੀ ਕੀਤਾ ਉਸ ਨੂੰ, ਇਹੋ ਜਿਹੀ ਸੋਝੀ ਵੀ ਉਸੇ ਨੇ ਦਿੱਤੀ। ਤੇ ਇੱਕ ਹੁੰਦਾ ਵੀ ਨਹੀਂ, ਸੰਸਾਰ ਦੇ ਵਿੱਚ ਰਹਿ ਕੇ ਹਸੰਦਿਆਂ ਖਲੰਦਿਆਂ ਪਨੰਦਿਆਂ ਖਵੰਦਿਆਂ ਵਿੱਚ ਹੋਵੇ ਮੁਕਤ, ਉਹ ਪਸਾਰੇ ਦੇ ਵਿੱਚ ਹੈ। ਉਹ ਵੀ ਉਹਨੇ ਉਸ ਨੂੰ ਮੱਤ ਦਿੱਤੀ, ਕਹਿੰਦੇ ਆਪ ਹੀ ਪਸਾਰੇ ਦੇ ਵਿੱਚ ਹੈ, ਸੋ ਆਪ ਹੀ ਪਰਿਵਾਰ ਦੇ ਵਿੱਚ ਹੈ, ਆਪ ਹੀ ਇਕਾਂਤ ਦੇ ਵਿੱਚ ਹੈ। ਤੇ ਕਿ ਐਸੇ ਨੇ ਪਰਿਵਾਰ ਵਿੱਚ ਰਹਿ ਕੇ ਵੀ ਇਕਾਂਤ ਹੋ ਜਾਂਦੇ ਨੇ। ਮਹਾਰਾਜ 10ਵੇਂ ਪਾਤਸ਼ਾਹ ਜੀ ਕਹਿੰਦੇ ਨਾ, ਰੇ ਮਨ ਐਸੋ ਕਰ ਸੰਨਿਆਸਾ ਬਣ ਸੇ ਸਨ ਸਭੈ ਕਰ ਸਮਝੋ ਮਨ ਹੀ ਮਾਹਿ ਉਦਾਸ। ਪਰਿਵਾਰ ਵਿੱਚ ਹਨ, ਉਦਾਸ ਨਹੀਂ, ਉਹਨਾਂ ਨੂੰ ਐਸੀ ਵਿਰਤੀ ਦੇ ਦਿੱਤੀ। ਨਾਨਕ ਮੰਗੈ ਦਾਨ ਹਰ ਸੰਤਾਂ ਰੇ ਨਾਰ। ਗੁਰੂ ਰਾਮਦਾਸ ਜੀ ਕਹਿੰਦੇ ਮੈਨੂੰ ਸੰਤਾਂ ਮਹਾਂਪੁਰਖਾਂ ਦੇ ਚਰਨਾਂ ਦੀ ਧੂੜੀ ਚਾਹੀਦੀ, ਮੈਨੂੰ ਇਹੋ ਹੀ ਚਾਹੀਦਾ। ਹੋਰ ਦਾਤਾਰ ਨਾ ਸੁਝਈ ਤੂੰ ਦੇਵਨਹਾਰ। ਇੱਕ ਤੂੰ ਹੀ ਆ ਦਾਤਾ, ਹੋਰ ਨਹੀਂ, ਮੈਂ ਨਹੀਂ ਹੋਰ ਕਿਸੇ ਨੂੰ ਦਾਤਾ ਸਿਆਣਦਾ, ਮੇਰੀ ਸਮਝ ਵਿੱਚ ਹੀ ਹੈ ਨਹੀਂ ਤੇਰੇ ਤੋਂ ਬਿਨਾਂ ਹੋਰ ਕੋਈ ਦਾਤਾ ਹੋਵੇ, ਤੂੰ ਹੀ ਇੱਕ ਦਾਤਾ ਹੈ। ਸੁਧ ਇਹ 21 ਸ਼ਬਦ ਨੇ ਬਿਹਾਗੜੇ ਦੀ ਵਾਰ ਦੇ। ਬਿਹਾਗੜੇ ਦੀ ਵਾਰ ਸੰਪੂਰਨ ਹੋਈ ਹੈ। ਹੁਣ ਵਡਹੰਸ ਰਾਗ ਪ੍ਰਾਰੰਭ ਹੋਵੇਗਾ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਮਿਹਰ ਕਿਰਪਾ ਕਰਨ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਤਾਂ ਨਹੀਂ ਪੜ੍ਹਦੇ, ਉਹ ਪੜ੍ਹੀ ਸਲੋਕ ਮੈਨੂੰ ਪਤਾ ਨਹੀਂ ਸੀ, ਮੈਂ ਤੁਹਾਨੂੰ ਦੱਸਿਆ ਲੈ ਦੇਖ ਕੇ ਮੈਂ ਕਿਹਾ ਤੂੰ ਪੌਣੇ ਜਾਏਗਾ। ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹ, ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵੇਸਾ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹ, ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵੇਸਾ। ਇਕ ਓੰਕਾਰ ਸਤਿਗੁਰ ਪ੍ਰਸਾਦਿ। ਸ਼ਲੋਕ ਮਹੱਲਾ ਨਾਵਾ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨਾ। ਕਹੁ ਨਾਨਕ ਹਰਿ ਭਜ ਮਨਾ, ਜੇ ਬਿਦ ਜਲ ਕਉ ਮੀਨ। ਵਿਖਿਆਨ ਸਿਉ ਕਾਹੇ ਰਚਿਓ, ਨਿਮਖ ਨ ਹੋਏ ਉਦਾਸ। ਕਹੁ ਨਾਨਕ ਭਜ ਹਰਿ ਮਨਾ, ਪਰੈ ਨ ਜਮ ਕੀ ਫਾਸ। ਤਨ ਨਾਪੋ ਇਉ ਹੀ ਗਇਓ, ਲਿਓ ਜਰਾ ਤਨ ਜੀਤ। ਕਹੁ ਨਾਨਕ ਭਜ ਹਰਿ ਮਨਾ, ਆਉਦ ਜਾਤ ਹੈ ਬੀਤ। ਬਿਰਧ ਪਿਓ ਸੂਝੈ ਨਹੀਂ, ਕਾਲ ਪਹੁੰਚਿਓ ਆਨ। ਕਹੁ ਨਾਨਕ ਨਰ ਬਾਵਰੇ, ਕਿਉ ਨ ਭਜੈ ਭਗਵਾਨ। ਧਨ ਦਾਰਾ ਸੰਪਤ ਸਗਲ, ਜਿਨ ਆਪਣੀ ਕਰਮਾਨ। ਇਨ ਮੈਂ ਕਛ ਸੰਗੀ ਨਹੀਂ, ਨਾਨਕ ਸਾਚੀ ਜਾਨ। ਪਤ ਤੇ ਉਦਾਰਨ ਭੈ ਹਰਨ, ਹਰਿ ਅਨਾਥ ਕੇ ਨਾਥ। ਕਹੁ ਨਾਨਕ ਤਿਹ ਜਾਨੀਐ, ਸਦਾ ਬਸਤ ਤੁਮ ਸਾਥ। ਤਨ ਧਨ ਜਿਹ ਤੋ ਕਉ ਦਿਓ, ਤਾਂ ਸਿਉ ਨੇਹ ਨ ਕੀਨਾ। ਕਹੁ ਨਾਨਕ ਨਰ ਬਾਵਰੇ, ਅਬ ਕਿਉ ਡੋਲਤ ਦੀਨ। ਤਨ ਧਨ ਸੰਪੈ ਸੁਖ ਦਿਓ, ਅਰਜਿਹ ਨੀਕੇ ਧਾਮ। ਕਹੁ ਨਾਨਕ ਸੁਨ ਰੇ ਮਨਾ, ਸਿਮਰਤ ਕਾਹੇ ਨ ਰਾਮ। ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹਿਨ ਕੋਏ। ਕਹੁ ਨਾਨਕ ਸੁਨ ਰੇ ਮਨਾ, ਤੇ ਸਿਮਰਤ ਗਤ ਹੋਇ। ਜੇ ਸਿਮਰਤ ਗਤ ਪਾਈਐ, ਤੇ ਭਜ ਰੇਤੈ ਮੀਤ। ਕਹੁ ਨਾਨਕ ਸੁਨ ਰੇ ਮਨਾ, ਔਧ ਘਟਤ ਹੈ ਨੀਤ। ਪਾਂਚ ਤਤ ਕੋ ਤਨ ਰਚਿਓ, ਜਾਨਹੁ ਚਤੁਰ ਸੁਜਾਨ। ਜਿਹ ਤੇ ਉਪਜਿਓ ਨਾਨਕਾ, ਲੀਨ ਤਾਹੇ ਮਹਿਮਾਨ। ਘਟ ਘਟ ਮੈਂ ਹਰਿ ਜੁ ਬਸੈ, ਸੰਤਨ ਕਹਿ ਉਪਕਾਰ। ਕਹੁ ਨਾਨਕ ਤਿਹ ਭਜ ਮਨਾ, ਪਉ ਨਿਤ ਉਤਰਹਿ ਪਾਰ। ਸੁਖ ਦੁਖ ਜਿਹ ਪਰਸੈ ਨਹੀਂ, ਲੋਭ ਮੋਹ ਅਭਿਮਾਨ। ਕਹੁ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ। ਉਸਤਤ ਨਿੰਦਿਆ ਨਾਹਿ ਜੇ, ਕੰਚਨ ਲੋਹ ਸਮਾਨ। ਕਹੁ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈ ਜਾਨ। ਹਰਖ ਸੋਗ ਜਾ ਕੈ ਨਹੀਂ, ਬੈਰੀ ਮੀਤ ਸਮਾਨ। ਕਹੁ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈ ਜਾਨ। ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨ ਧਿਆਨ। ਕਹੁ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ।
ਜੇ ਵਿਖਿਆ ਸਗਲੀ ਤਜੀ ਲਿਓ ਪੇਖ ਬੈਰਾਗ। ਕਹੁ ਨਾਨਕ ਸੁਨ ਰੇ ਮਨਾ ਤੇ ਨਰ ਮਾਥੈ ਭਾਗ। ਜੇ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ। ਕਹੁ ਨਾਨਕ ਸੁਨ ਰੇ ਮਨਾ ਤੇ ਕਟ ਬ੍ਰਹਮ ਨਿਵਾਸ। ਜੇ ਪ੍ਰਾਨੀ ਹਉ ਮੈਂ ਤਜੀ ਕਰਤਾ ਰਾਮ ਪਛਾਨਾ। ਕਹੁ ਨਾਨਕ ਵਹੁ ਮੁਕਤ ਨਰ ਏ ਮਨ ਸਾਚੀ ਮਾਨ। ਪੈ ਨਾਸਨ ਦੁਰਮਤ ਹਰ ਨਾਮ ਕਲ ਮੈਂ ਹਰ ਕੋ ਨਾਮ। ਨਿਸ ਦਿਨ ਜੋ ਨਾਨਕ ਭਜੈ ਸਫਲ ਹੋਏ ਤਹਿ ਕਾਮ। ਜੇ ਬਾਗੁਨ ਗੋਬਿੰਦ ਭਜਉ ਕਰਨ ਸੁਨੋ ਹਰ ਨਾਮ। ਕਹੁ ਨਾਨਕ ਸੁਨ ਰੇ ਮਨਾ ਪਰੈ ਨ ਜਮ ਕੈ ਧਾਮ। ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ। ਕਹੁ ਨਾਨਕ ਆਪਨ ਤਰੈ ਔਰਨ ਲੀਤੇ ਉਧਾਰ। ਜੋ ਸੁਪਨਾ ਯਾਰ ਪੇਖਨਾ ਐਸੇ ਜਗ ਕਉ ਜਹਾਨਾ। ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ। ਨਿਸ ਦਿਨ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ। ਕੋਠਨ ਮੈਂ ਨਾਨਕ ਕਉ ਨਾਰਾਇਣ ਜਿਹ ਚੀਤ। ਜੈਸੇ ਜਲ ਤੇ ਬੁਧ ਬੁਧਾ ਉਪਜੈ ਬਿਨਸੈ ਨੀਤ। ਜਗ ਰਚਨਾ ਤੈਸੇ ਰਚੀ ਕਹੁ ਨਾਨਕ ਸਮਮੀਤ। ਪ੍ਰਾਨੀ ਕਛੂ ਨ ਚੇਤਈ ਮਦ ਮਾਇਆ ਕੈ ਅੰਧ। ਕਹੁ ਨਾਨਕ ਬਿਨ ਹਰ ਭਜਨ ਪਰਤ ਤਾਹਿ ਜਮ ਫੰਦ। ਜੋ ਸੁਖ ਕਉ ਚਾਹੈ ਸਦਾ ਸ਼ਰਨ ਰਾਮ ਕੀ ਲੇਹ। ਕਹੁ ਨਾਨਕ ਸੁਨ ਰੇ ਮਨਾ ਦੁਰਲਭ ਮਾਨੁਖ ਦੇ। ਮਾਇਆ ਕਾਰਨ ਤਬਹੀ ਮੂਰਖ ਲੋਗ ਅਜਾਨ। ਕਹੁ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਿਰਾਨ। ਜੋ ਪ੍ਰਾਨੀ ਨਿਸ ਦਿਨ ਭਜੈ ਰੂਪ ਰਾਮ ਤਿਹ ਜਾਨ। ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਮਨ ਮਾਇਆ ਮੈਂ ਫਦ ਰਹਿਓ ਬਿਸਰਿਓ ਗੋਬਿੰਦ ਨਾਮ। ਕਹੁ ਨਾਨਕ ਬਿਨ ਹਰ ਭਜਨ ਜੀਵਨ ਕਾਮਨੇ ਕਾਮ। ਪ੍ਰਾਨੀ ਰਾਮ ਨ ਚੇਤਈ ਮਦ ਮਾਇਆ ਕੈ ਆਂਦਾ। ਕਹੁ ਨਾਨਕ ਹਰ ਭਜਨ ਬਿਨ ਪਰਤ ਤਾਹਿ ਜਮ ਫੰਦ। ਸੁਖ ਮੈਂ ਬਹੁ ਸੰਗੀ ਪਏ ਦੁਖ ਮੈਂ ਸੰਗ ਨ ਕੋਏ। ਕਹੁ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ। ਜਨਮ ਜਨਮ ਪਰ ਮਤ ਫਿਰਿਓ ਮਿਟਿਓ ਨ ਜਮ ਕੋ ਤਰਾਸ। ਕਹੁ ਨਾਨਕ ਹਰ ਭਜ ਮਨਾ ਨਿਰਭੈ ਪਾਵਹਿ ਬਾਸ। ਜਤਨ ਬਹੁਤ ਮੈਂ ਕਰ ਰਹਿਓ ਮਿਟਿਓ ਨ ਮਨ ਕੋ ਮਾਨ। ਦੁਰਮਤ ਸਿਓ ਨਾਨਕ ਫਦਿਓ ਰਾਖ ਲਿਓ ਭਗਵਾਨ। ਬਾਲ ਜਵਾਨੀ ਹਰ ਬਿਰਧ ਫੁਨ ਤੀਨ ਅਵਸਥਾ ਜਾਨ। ਕਹੁ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਕਰਨੋ ਤੋ ਸੋ ਨਾ ਕੀਓ ਪਰਿਓ ਲੋਭ ਕੈ ਫੰਦ। ਨਾਨਕ ਸਮਿਓ ਰਮ ਗਇਓ ਅਬ ਕਿਉ ਰੂਪ ਤੇ ਅੰਧ। ਮਨ ਮਾਇਆ ਮੈਂ ਰਮ ਰਹਿਓ ਨਿਕਸਤ ਨਾਹਿਨ ਮੀਤ। ਨਾਨਕ ਮੂਰਤ ਚਿਤਰ ਜਿਉ ਛਾੜਤ ਨਾਹਿਨ ਭੀਤ। ਨਰ ਚਾਹਤ ਕਛ ਔਰੈ ਕੀ ਔਰੈ ਪਈ। ਚਿਤ ਬਤਰੇ ਉਠ ਗੌਰ ਨਾਨਕ ਫਾਸੀ ਗਲ ਪਰੀ। ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨ ਕੋਏ। ਕਹੁ ਨਾਨਕ ਸੁਨ ਰੇ ਮਨਾ ਹਰ ਭਾਵੈ ਸੋ ਹੋਏ। ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ। ਕਹੁ ਨਾਨਕ ਮਨ ਸਿਮਰਤੈ ਪੂਰਨ ਹੋਵਹਿ ਕਾਮ। ਝੂਠੈ ਮਾਨ ਕਹਾ ਕਰੈ ਜਗ ਸੁਪਨੇ ਜਿਉ ਜਾਨ। ਇਨ ਮੈਂ ਕਛ ਤੇਰੋ ਨਹੀਂ ਨਾਨਕ ਕਹਿਓ ਬਖਾਨ। ਗਰਭ ਕਰਤ ਹੈ ਦੇਹ ਕੋ ਬਿਨਸੈ ਛਿਨ ਮੈਂ ਮੀਤਾ। ਜੇ ਪ੍ਰਾਨੀ ਹਰ ਜਸ ਕਹਿਓ ਨਾਨਕ ਤੇ ਜਗ ਜੀਤਾ। ਜੇ ਕੜ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ। ਤੇ ਨਰ ਹਰਿ ਅੰਤਰ ਨਹੀਂ ਨਾਨਕ ਸਾਚੀ ਮਾਨ। ਏਕ ਭਗਤ ਭਗਵਾਨ ਜਿਹ ਪ੍ਰਾਨੀ ਕੈ ਨਾਹਿ ਮਾਨ। ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹਿ ਤਨ। ਸੁਆਮੀ ਕੋ ਗ੍ਰਹਿ ਜਿਉ ਸਦਾ ਸੁਆਨ ਤਜਤ ਨਹੀਂ ਨਿਤ। ਨਾਨਕ ਏ ਬਿਦ ਹਰ ਭਜੋ ਇਕ ਮਨ ਹੋਏ ਇਕ ਚਿਤ। ਤੀਰਥ ਵਰਤ ਅਰ ਦਾਨ ਕਰ ਮਨ ਮੈਂ ਧਰੈ ਗੁਮਾਨ। ਨਾਨਕ ਨੇ ਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਸਿਰ ਕੰਪਿਓ ਪਗ ਡਗਮਗੇ ਨੈਣ ਜੋਤ ਤੇ ਹੀਨ। ਕਹੁ ਨਾਨਕ ਏ ਵਿਦ ਪਈ ਤਉ ਨ ਹਰ ਰਸ ਲੀਨ। ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੇ। ਨਾਨਕ ਤਿਰ ਹਰ ਭਗਤ ਹੈ ਤਿਹ ਰਾਖੋ ਮਨ ਮਾਹੇ।
जग रचना सब झूठ है, जान लिहो रे मीत। कह नानक थिर ना रहै, ज्यों बालू की पीत। राम गयो रावण गयो, जाको बहु परवार। कहो नानक थिर कछ नहीं, सुभने ज्यों संसार। चिंता ताकी कीजिए, जो अनहोनी होए। एह मार्ग संसार को, नानक थिर नहीं कोय। जो उपजो सो बिनस है, परो आज के काल। नानक हर गुण गाए ले, छाड़ सगल जंजाल दोहरा। बल छुट क्यों बंधन परे, कछु न होत उपाय। कहो नानक अब ओट हार, गज ज्यों हो सहाय। बल हुआ बंधन छुटे, सब किछ होत उपाय। नानक सब किछ तुमरे हाथ में, तुम ही होत सहाय। संग सखा सब तज गए, कहु न निभ्यो साथ।